बहुत बार ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰਦੇ ਆ ਨਾ ਜੀ, ਤੇ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਇਹ ਸ਼ਬਦ ਜਿਹੜੇ ਆ ਇਹ ਸਾਨੂੰ ਪੜਨ ਨੂੰ ਮਿਲਦੇ ਆ, ਇਹਨਾਂ ਦਾ ਅਸੀਂ ਪਾਠ ਕਰਦੇ ਆ। ਇੱਕ ਮਨ ਦੇ ਵਿੱਚ ਜਿਹੜਾ ਹੈ ਉਹ ਸਵਾਲ ਹੁੰਦਾ ਹੈ ਵੀ ਇਹ ਜਿਹੜੇ ਸ਼ਬਦ ਆ ਦੇਖਣ ਨੂੰ ਤਾਂ ਇੱਕੋ ਤਰ੍ਹਾਂ ਦੇ ਇਹ ਸ਼ਬਦ ਪ੍ਰਤੀਤ ਹੁੰਦੇ ਆ ਅਤੇ ਇਹਨਾਂ ਸ਼ਬਦਾਂ ਦਾ ਜਿਹੜਾ ਉਚਾਰਨ ਹੈ ਉਹ ਵੀ ਇੱਕੋ ਢੰਗ ਤਰੀਕੇ ਨਾਲ ਕੀਤਾ ਜਾਂਦਾ ਹੈ, ਪਰ ਇਹਨਾਂ ਸ਼ਬਦਾਂ ਦੇ ਵਿੱਚ ਫਰਕ ਕੀ ਆ ਇਹਨੂੰ ਧਿਆਨ ਦੇ ਨਾਲ ਸਮਝਿਓ। ਆ ਇੱਕ ਟੇਬਲ ਜਿਹੜਾ ਹੈ ਸਕਰੀਨ ਦੇ ਉੱਪਰ ਆ ਤੁਸੀਂ ਦੇਖ ਰਹੇ ਹੋ, ਤੇ ਇਸ ਟੇਬਲ ਦੇ ਵਿੱਚ ਜਿਹੜੇ ਪਹਿਲੇ ਸ਼ਬਦ ਆ ਉਹ ਹਨ ਜੀ ਗੁਰਬਾਣੀ ਵਿਆਕਰਣ ਅਨੁਸਾਰ। ਜਿਹੜੀਆਂ ਸਿੱਖ ਸੰਗਤਾਂ ਗੁਰਬਾਣੀ ਵਿਆਕਰਣ ਦਾ ਪੱਖ ਸਮਝਦੀਆਂ ਨੇ ਨਾ ਜੀ, ਉਹਨਾਂ ਨੂੰ ਇਹਨਾਂ ਨੂੰ ਸ਼ਬਦਾਂ ਨੂੰ ਸਮਝਣ ਦੇ ਵਿੱਚ ਬਹੁਤੀ ਦਿੱਕਤ ਨਹੀਂ ਆਵੇਗੀ। ਪਰ ਜਿਹੜੀਆਂ ਸਿੱਖ ਸੰਗਤਾਂ ਹਾਲੇ ਗੁਰਬਾਣੀ ਵਿਆਕਰਣ ਦਾ ਪੱਖ ਨਹੀਂ ਸਮਝਦੀਆਂ, ਮੈਂ ਬੇਨਤੀ ਕਰਨਾ ਚਾਹਾਂਗਾ ਵੀ ਜੇਕਰ ਆਪ ਜੀ ਗੁਰੂ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਕਰਦੇ ਹੋ ਤੇ ਗੁਰਬਾਣੀ ਵਿਆਕਰਣ ਦਾ ਜਿਹੜਾ ਪੱਖ ਆ ਉਹਨੂੰ ਵੀ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰੋ, ਕਿਉਂਕਿ ਤੁਸੀਂ ਦੇਖੋ ਵੀ ਹਰ ਇੱਕ ਸ਼ਬਦ ਦੇ ਵਿੱਚ, ਹਰ ਇੱਕ ਸ਼ਬਦ ਦੇ ਅਖੀਰਲੇ ਅੱਖਰ ਨੂੰ ਔਂਕੜ ਦੀ ਮਾਤਰਾ, ਸਿਹਾਰੀ ਦੀ ਮਾਤਰਾ ਲੱਗੀ ਹੋਈ ਆ। ਤੇ ਬਹੁਤ ਵਾਰ ਅਸੀਂ ਸ਼ਬਦ ਦੇ ਅਖੀਰਲੇ ਅੱਖਰ ਦੀ ਲੱਗੀ ਹੋਈ ਔਂਕੜ ਦੀ ਮਾਤਰਾ ਜਾਂ ਸਿਹਾਰੀ ਦੀ ਮਾਤਰਾ ਦਾ ਉਚਾਰਨ ਨਹੀਂ ਕਰਦੇ। ਮੈਂ ਇੱਕ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਚਰਨਾਂ ਵਿੱਚ ਬੇਨਤੀ ਕੀਤੀ ਸੀ, ਜਿੱਦਾਂ ਅਸੀਂ ਮੂਲ ਮੰਤਰ ਦਾ ਜਦੋਂ ਅਸੀਂ ਪਾਠ ਕਰਦੇ ਹਾਂ ਤੇ ਮੂਲ ਮੰਤਰ ਦੇ ਪਾਠ ਵਿੱਚ ਅਸੀਂ ਸ਼ਬਦ ਉਚਾਰਨ ਕੀਤਾ ਨਿਰਵੈਰ। ਹੁਣ ਨਿਰਵੈਰ ਜਿਹੜਾ ਪਾਠ ਆ ਤੁਸੀਂ ਦੇਖੋ ਵੀ ਉੱਥੇ ਰਾਰਾ ਜਿਹੜਾ ਅੱਖਰ ਆ, ਸ਼ਬਦ ਦੇ ਅਖੀਰਲਾ ਜਿਹੜਾ ਰਾਰਾ ਅੱਖਰ ਆ ਉਹਦੇ ਪੈਰ ਵਿੱਚ ਔਂਕੜ ਦੀ ਮਾਤਰਾ ਲੱਗੀ ਆ, ਅਸੀਂ ਉਚਾਰਨ ਨਹੀਂ ਕੀਤੀ, ਪਰ ਔਂਕੜ ਦੀ ਮਾਤਰਾ ਲੱਗੀ ਤਾਂ ਹੈ ਨਾ ਜੀ। ਇਹਦਾ ਕਾਰਨ ਕੀ, ਇਹਦਾ ਰੀਜ਼ਨ ਕੀ ਆ? ਜਦੋਂ ਇਹਦਾ ਅਸੀਂ ਕਾਰਨ ਜਾਣਨ ਦੀ ਕੋਸ਼ਿਸ਼ ਕਰਾਂਗੇ ਫਿਰ ਸਾਨੂੰ ਗੁਰਬਾਣੀ ਵਿਆਕਰਣ ਦਾ ਪੱਖ ਜਿਹੜਾ ਹੈ ਉਹ ਪੜ੍ਹਨਾ ਪਏਗਾ। ਸੋ ਆ ਜਿਹੜਾ ਤੁਸੀਂ ਇੱਕ ਟੇਬਲ ਦੇਖ ਰਹੇ ਹੋ ਸ਼ਬਦਾਂ ਦਾ, ਸਭ ਤੋਂ ਪਹਿਲਾਂ ਜਿਹੜੇ ਸ਼ਬਦਾਂ ਦੀ ਜਿਹੜੀ ਆ ਕਿਊ ਆ ਉਹਦੇ ਵਿੱਚ ਸ਼ਬਦ ਦਾ ਇੱਕ ਵਚਨ ਪੁਲਿੰਗ। ਹੁਣ ਇਹ ਜਿਹੜਾ ਪਾਠ ਆ ਈੜੀ ਦੇ ਉੱਤੇ ਇਕਲਾ ਹਾਹੇ ਨੂੰ ਔਂਕੜ ਦੀ ਮਾਤਰਾ ਗੁਰਬਾਣੀ ਵਿੱਚ ਸ਼ਬਦ ਬਹੁਤ ਵਾਰ ਸਾਨੂੰ ਪੜ੍ਹਨ ਨੂੰ ਮਿਲਦਾ ਹੈ। ਦੂਸਰਾ ਪਾਠ ਆ ਜੀ ਇੱਕ ਵਚਨ ਇਸਤਰੀ ਲਿੰਗਵਾਚੀ ਸ਼ਬਦ। ਹੁਣ ਇੱਥੇ ਵੀ ਇਹ ਪਾਠ ਆ ਈੜੀ ਨੂੰ ਇੱਕ ਲਾਂ ਦੀ ਮਾਤਰਾ ਹਾਹਾ ਅੱਖਰ ਮੁਕਤਾ। ਤੀਸਰੀ ਕਿਊ ਦੇ ਵਿੱਚ ਸ਼ਬਦ ਆ ਗਿਆ ਜੀ ਬਹੁ ਵਚਨ। ਇੱਥੇ ਇਹ ਪਾਠ ਆ ਈੜੀ ਨੂੰ ਸਿਹਾਰੀ ਹਾਹੇ ਨੂੰ ਸਿਹਾਰੀ ਦੀ ਮਾਤਰਾ। ਜਾਨੀ ਕਿ ਜਦੋਂ ਇੱਥੇ ਇੱਕ ਥੋੜਾ ਜਿਹਾ ਖਿਆਲ ਹੋਰ ਰੱਖਿਓ, ਇਹ ਤਿੰਨ ਸ਼ਬਦ ਜਿਹੜੇ ਆ ਵੇਖਣ ਨੂੰ ਇਹ ਤਿੰਨ ਸ਼ਬਦ ਜਿਹੜੇ ਆ ਉਹ ਸਿਮਿਲੈਰਿਟੀ ਦੇ ਵਿੱਚ ਵੀ ਲੱਗ ਰਹੇ ਆ, ਪਰ ਜਦੋਂ ਹਾਹੇ ਅੱਖਰ ਨੂੰ ਔਂਕੜ, ਹਾਹੇ ਅੱਖਰ ਮੁਕਤਾ, ਹਾਹੇ ਅੱਖਰ ਨੂੰ ਸਿਹਾਰੀ ਦੀ ਮਾਤਰਾ ਅਸੀਂ ਦੇਖਦੇ ਆ ਤੇ ਸਾਨੂੰ ਇੰਜ ਲੱਗਦਾ ਵੀ ਤਿੰਨੋਂ ਸ਼ਬਦ ਵੱਖੋ ਵੱਖਰੇ ਆ। ਪਰ ਮੈਂ ਬੇਨਤੀ ਕਰਨਾ ਚਾਹਾਂਗਾ ਗੁਰਬਾਣੀ ਵਿਆਕਰਣ ਦੇ ਪੱਖੋਂ ਜਦੋਂ ਅਸੀਂ ਇਹਨਾਂ ਸ਼ਬਦਾਂ ਦਾ ਮੀਨਿੰਗ ਕਰਾਂਗੇ ਉਦੋਂ ਇਹ ਜਿਹੜੇ ਸ਼ਬਦਾਂ ਦਾ ਜਿਹੜਾ ਮੀਨਿੰਗ ਆ ਉਹ ਵੱਖੋ ਵੱਖਰੇ ਢੰਗ ਨਾਲ ਹੋਵੇਗਾ। ਪਰ ਇੱਥੇ ਇਸ ਗੱਲ ਨੂੰ ਯਾਦ ਰੱਖੋ ਵੀ ਇਹਨਾਂ ਸ਼ਬਦਾਂ ਦਾ ਜਿਹੜਾ ਉਚਾਰਨ ਆ ਉਹ ਇੱਕੋ ਤਰ੍ਹਾਂ ਦੇ ਨਾਲ ਹੋਵੇਗਾ। ਹੈ ਨਾ ਇਹ ਤਿੰਨ ਸ਼ਬਦ, ਪਰ ਉਚਾਰਨ ਕੀ ਆ ਇੱਕੋ। ਜਾਨੀ ਕਿ ਇਹਦਾ ਉਚਾਰਨ ਇੰਜ ਕਰਾਂਗੇ, ਇਹਨਾਂ ਤਿੰਨਾਂ ਸ਼ਬਦਾਂ ਦੇ ਵਿੱਚ ਇਹ ਪਾਠ ਆਏਗਾ ਇਹ, ਇਹਨੂੰ ਇਹੋ ਪਾਠ ਜਿਹੜਾ ਹੈ ਉਹ ਅਸੀਂ ਉਚਾਰਨ ਨਹੀਂ ਕਰਨਾ। ਮੈਂ ਕਈ ਵਾਰ ਇੱਕ ਜਗ੍ਹਾ ਪਹਿਲਾਂ ਵੀ ਬੇਨਤੀ ਕੀਤੀ ਸੀ, ਜਿੱਥੇ ਇਹੋ ਪਾਠ ਉਚਾਰਨ ਦਾ ਵਿਸ਼ਾ ਹੈ ਨਾ ਜੀ, ਉੱਥੇ ਗੁਰੂ ਸਾਹਿਬ ਜੀ ਨੇ ਹਾਹੇ ਅੱਖਰ ਦੇ ਉੱਪਰ ਹੋੜੇ ਦੀ ਜਿਹੜੀ ਮਾਤਰਾ ਹੈ ਉਹ ਲਗਾਈ ਹੋਈ ਆ। ਜਿੱਦਾਂ ਅਸੀਂ ਜਪਜੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ ਧਰਮ ਖੰਡ ਕਾ ਇਹੋ ਧਰਮ, ਉੱਥੇ ਤੁਸੀਂ ਪਾਠ ਉਚਾਰਨ ਕਰਦੇ ਹੋ ਇਹੋ। ਕਿਉਂ ਕਰਦੇ ਹੋ? ਕਿਉਂਕਿ ਹਾਏ ਅੱਖਰ ਉੱਪਰ ਆਲਰੇਡੀ ਗੁਰੂ ਸਾਹਿਬ ਨੇ ਦੀਰਘ ਮਾਤਰਾ ਲਾਈ ਹੋਈ ਆ, ਇਹੋ ਧਰਮ। ਪਰ ਇੱਥੇ ਹਾਏ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਛੋਟੀ ਮਾਤਰਾ ਹੈ। ਪਰ ਇਹ ਜਿਹੜਾ ਸ਼ਬਦ ਆ ਇਹ ਸ਼ਬਦ ਵਿਆਕਰਣ ਪੱਖੋਂ ਆ ਜੀ ਪੜਨਾਵਾਚੀ ਸ਼ਬਦ, ਯਾਨੀ ਕਿ ਪ੍ਰਨਾਊਨ ਵਾਲਾ ਵਰਡ। ਨਾਉਵਾਚੀ ਸ਼ਬਦਾਂ ਦੀ ਜਗ੍ਹਾ ਜਿਹੜੇ ਸ਼ਬਦ ਵਰਤੋਂ ਵਿੱਚ ਆਉਂਦੇ ਆ ਉਹਨਾਂ ਨੂੰ ਅਸੀਂ ਪ੍ਰਨਾਊਨ ਵਾਲੇ ਸ਼ਬਦ ਕਹਿੰਦੇ ਆ, ਯਾਨੀ ਕਿ ਪੜਨਾਵਾਚੀ ਸ਼ਬਦ ਆਖਦੇ ਆ ਜੀ। तो इत्थे पाठ उच्चारण होएगा ए, पर उत्थे मैं तुहाडे
सोख वास्ते गुरबाणी व्याकरण का एक नियम भी उत्ते लिख दिता है भी जदों ये शब्द हाहे नूं औंकड़ की मात्रा आएगी, ये जिहड़ा व्याकरण पक्षों बनेगा एक वचन पुलिंग, यानी कि जिथे एक चीज़ की गल होएगी, यानी कि जिदा असी कह सकते हाँ भी सिंगुलर ते प्लूरल, यानी कि एक चीज़ वो आ जिहड़ी सिंगुलर आ। सिंगुलर मतलब भी इक्को ही आ गिनती दे विच, पर जे गिनती विच ज़्यादियां होण ते उत्थे असी शब्द यूज करते हैं प्लूरल, बहुवचन। जेकर पक्खा एक आ ते असी आखदे हैं पक्खा, जे ज़्यादा होण ते फिर असी की आखांगे जी पक्खे, बहुवचन हो गया ना जी शब्द। कुर्सी एक आ ते एक कुर्सी, ज़्यादियां वा ते असी की आखदे हैं कुर्सियां। इसे तरह गुरबाणी विच भी एक वचन बहुवचन शब्द आए हुए ने। जिथे सिंगुलर एक वचन शब्द हुंदा है उत्ते तुसी हमेशा देखना नाउवाची शब्द होवे चाहे प्रनाउनवाची शब्द होवे, प्रनाउन वाला वर्ड होवे, उत्ते लास्ट अखर नूं औंकड़ दी जिहड़ी मात्रा है वो गुरबाणी विच लगी हुई आ। औंकड़ दी मात्रा लगण दा रीजन ये है भी ये शब्द एक वचन आ, सिंगुलर आ। पर जिथे यही प्रनाउन वाला जिहड़ा वर्ड आ, हाहा अखर मुक्ता असी पाठ उच्चारण करते हैं, उत्थे संगत जी इस गल नूं ख्याल विच रखियो भी ये जिहड़ा गुरबाणी व्याकरण पक्षों ये जिहड़ा शब्द बन जाएगा स्त्रीलिंगवाची शब्द, पर गिनती विच सिंगुलर रहेगा एक वचन। जिथे ये शब्द की ज़्यादा गिनती होएगी बहुवचन, उत्थे फिर ये पाठ हाहे नूं सिहारी की मात्रा दे नाल उत्थे गुरु साहब जी ने दर्ज किया हुआ है। फिर उस तो अगे ये पाठ फिर अगे आ गया ईड़ी सियारी हाहे औंकड़, कई इनू भी एहो पढ़ते हैं, पर इत्थे पाठ उच्चारण करांगे ए। इत्थे भी हाहे नूं जिथे औंकड़ आ एक वचन पुलिंगवाची प्रनाउन आ, जिथे ए हाहा अखर मुक्त है उत्थे ए एक वचन स्त्रीलिंगवाची शब्द आ, जिथे ए हाहे नूं सिहारी आ उत्थे ए बहुवचन शब्द आ। उच्चारण इहदा असी करांगे ए। इसे तरह अगे आ जी ओ, हुण इनू ओहो तां नहीं ना असी उच्चारण कर सकते, इत्थे एक वचन पुलिंगवाची शब्द आ ओ, इहदा पाठ उच्चारण करांगे ओ। फिर उस तो अगे ऊड़े नूं होड़े की मात्रा हाहा अखर मुक्ता, ये स्त्रीलिंगवाची शब्द हो गया यानी कि फैमिनन वर्ड। उस तो बाद बहुवचन ऊड़े नूं होड़े की मात्रा हाहे नूं सिहारी, ये बहुवचन आ जी। पाठ उच्चारण इक्को तरीके नाल होएगा ओ। इसे तरह संख्यक वाचक एक शब्द एक, एक दा कक्के नूं औंकड़ की मात्रा है, एक वचन है जी। जे एक कक्का अखर मुक्त है तो ये फैमिनन एक वचन पाठ हो गया। जे एक कक्के नूं सिहारी की मात्रा है तो फिर एक ही हो गया जी बहुवचन। मैं बेनती करना चाहांगा जिहड़ा टेबल आ इनू तुसीं नोट करके रख सकते हो, क्योंकि गुरबाणी दे विच बहुत सारे शब्द ऐसे है जिहड़े सानू इन्हां ही शब्दां दे रिलेटेड जिहड़े आ वो पढ़न नूं मिलदे आ महाराज दी बाणी दे विच। फिर इसे तरह पाठ आ होर, होर रारे अखर नूं औंकड़ की मात्रा एक वचन पुलिंग, होर रारा अखर मुक्ता स्त्रीलिंगवाची शब्द एक वचन, होर रारे नूं सिहारी की मात्रा यानी कि बहुवचन। पाठ उच्चारण करांगे होर। इसे तरह सब भब्बे नूं औंकड़ की मात्रा एक वचन पुलिंग, सब भब्बा अखर मुक्ता एक वचन फैमिनन, सब भब्बे नूं सिहारी की मात्रा बहुवचन, उच्चारण होएगा सब। इसे तरह अवर पाठ उच्चारण अवर ही होना है, पर रारे नूं औंकड़ की मात्रा यानी कि एक वचन पुलिंग, रारा अखर मुक्ता यानी कि स्त्रीलिंगवाची एक वचन, ते जेकर अवर रारे नूं सिहारी की मात्रा है तो बहुवचन शब्द आ। गुरु साहब की पावन बाणी दे विच ये शब्द वार वार सानू पढ़न नूं मिलदे आ। सो मैं उम्मीद करदा भी सो संगत जी मैं उम्मीद करदा भी अज दे इस प्रोग्राम दे विच दित्ती हुई जिहड़ी ये बड़ी इंपोर्टेंट जानकारी है वो तुहानूं जरूर समझ में आ गई होवेगी। अगे तो अगे संगत नाल इनू शेयर भी जरूर कर दिओ। सारिआं दा धन्नवाद। वाहिगुरू जी का खालसा, वाहिगुरू जी की फतेह।